देखो एक कौम की बदकिस्मती है कि अपने आप ਨੂੰ ਸਿੱਖ ਕਹਾਉਣ ਵਾਲੇ ਪੰਥਕ ਕਹਾਉਣ ਵਾਲੇ ਸਿੱਖੀ ਦੇ ਅਲੰਬਰਦਾਰ ਕਹਾਉਣ ਵਾਲੇ ਹੀ ਸਿੱਖੀ ਦੇ ਉੱਤੇ ਵਾਰ ਕਰ ਰਹੇ ਨੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਸਰਮੌਰ ਸਿੱਖ ਸੰਸਥਾ ਆ, ਜਿਹੜੀ ਕਿਸੇ ਦਾ ਕਬਜ਼ਾ ਨਹੀਂ, ਉਹਦੀਆਂ ਬਕਾਇਦਾ ਚੋਣਾਂ ਹੁੰਦੀਆਂ ਨੇ। ਬਦਕਿਸਮਤੀ ਕੌਮ ਦੀ ਕਿ ਅਸੀਂ ਰਾਜਨੀਤੀ ਕਰਦੇ ਕਰਦੇ ਗੰਦੀ ਰਾਜਨੀਤੀ ਤੇ ਆ ਗਏ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਖੇ ਸ਼੍ਰੋਮਣੀ ਅਕਾਲੀ ਦਲ ਚੱਲਦਾ ਸੀਗਾ, ਪਰ ਹੁਣ ਉਲਟ ਹੋਇਆ ਲੱਗਦਾ ਹੈ। ਆਰੋਪ ਲਾਉਣ ਤੇ ਕਿਹਦਾ ਜ਼ੋਰ ਲੱਗਦਾ, ਗੱਲ ਹੀ ਕੱਢਣੀ ਮੂੰਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਵਿਧਾਨ ਆ, ਸਿਧਾਂਤ ਆ, ਕੋਈ ਨਿਯਮ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤਹਿਤ ਚੱਲਦੀ ਹੈ। ਬਾਦਲ ਪਰਿਵਾਰ ਤੇ ਹੁਣ ਆਇਆ, ਬਾਦਲ ਪਰਿਵਾਰ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ, ਔਰ ਕੱਲ ਨੂੰ ਬਾਦਲ ਪਰਿਵਾਰ ਤੋਂ ਬਾਅਦ ਵੀ ਕੋਈ ਹੋਰ ਵੀ ਆ ਸਕਦਾ ਆ। ਇਹ ਕੋਈ ਬਾਦਲ ਪਰਿਵਾਰ ਦੀ ਆਪਦੀ ਨਿੱਜੀ ਥੋੜੀ ਹੈ ਸ਼੍ਰੋਮਣੀ ਅਕਾਲੀ ਦਲ, ਵੀ ਉਹਨਾਂ ਦੀ ਕੋਈ ਪ੍ਰਾਈਵੇਟ ਕੰਪਨੀ ਹੈ। ਇਹ ਤੇ ਜਿਹਨੂੰ ਸਤਿਗੁਰੂ ਸੇਵਾ ਬਖਸ਼ੂਗਾ। ਸਮੇਂ ਸਮੇਂ ਤੇ ਪ੍ਰਧਾਨ ਆਉਂਦੇ ਰਹੇ ਨੇ, ਕੱਲ ਨੂੰ ਕੋਈ ਨਵਾਂ ਪ੍ਰਧਾਨ ਵੀ ਆ ਸਕਦਾ ਆ। ਇਸ ਕਰਕੇ ਜਦੋਂ ਤੁਸੀਂ ਹਰੀਆਂ ਚੁਗਣੀਆਂ ਸੀ, ਜਦੋਂ ਤੁਸੀਂ ਸਰਦਾਰੀਆਂ ਹਟਾਉਣੀਆਂ ਸੀ, ਜਦੋਂ ਵਜ਼ੀਰੀਆਂ ਹਟਾਉਣੀਆਂ ਸੀ, ਜਦੋਂ ਸੱਤਾ ਦਾ ਆਨੰਦ ਮਾਣਨਾ ਸੀ, ਉਦੋਂ ਸੁਖਬੀਰ ਸਿੰਘ ਬਾਦਲ ਚੰਗਾ ਸੀਗਾ। ਤੇ ਜਦੋਂ ਅੱਜ ਸੱਤਾ ਤੋਂ ਬਾਹਰ ਹੈ ਤੇ ਧਾਰੀਆਂ ਸਾਂਝਾ ਕਦੀ ਬੀਜੇਪੀ ਨਾਲ ਪੈ ਜਾਂਦੀਆਂ, ਕਦੀ ਆਰਐਸਐਸ ਨਾਲ ਪੈ ਜਾਂਦੀਆਂ, ਕਦੀ ਕੈਪਟਨ ਅਮਰਿੰਦਰ ਸਿੰਘ ਦੇ ਤਲਵੇ ਜਾ ਕੇ ਚੱਟਣ ਲੱਗ ਪੈਂਦੇ ਜੇ। ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਵੱਡੇ ਸਮਾਗਮ ਹੋ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਸਮਾਗਮ ਕੀਤੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਧਾਰਮਿਕ ਸ਼ਖਸੀਅਤਾਂ ਦੇ ਨਾਲ ਰਾਜਸੀ ਲੀਡਰ ਵੀ ਪਹੁੰਚੇ ਹੋਏ ਨੇ। ਸਾਡੇ ਨਾਲ ਇਸ ਮੌਕੇ ਤੇ ਵਿਰਸਾ ਸਿੰਘ ਵਲਟੋਆ ਮੌਜੂਦ ਨੇ। ਅਕਾਲੀ ਦਲ ਤੋਂ ਗੱਲਬਾਤ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਦੀ ਹੋ ਗਈ, ਕੀ ਲੱਗਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨੀਆਂ ਕੁ ਪ੍ਰਾਪਤੀਆਂ ਕੀਤੀਆਂ ਹੁਣ ਤੱਕ 100 ਸਾਲ ਦੇ ਵਿੱਚ? ਸਭ ਤੋਂ ਪਹਿਲਾਂ ਤੇ ਸਮੁੱਚੇ ਖਾਲਸਾ ਪੰਥ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਸਿੱਖਾਂ ਦੀ ਸਰਮੌਰ ਜਥੇਬੰਦੀ ਜਿਹੜੀ ਸਾਡੇ ਵੱਡੇ ਵਡੇਰਿਆਂ ਨੇ ਬੜੀਆਂ ਕੁਰਬਾਨੀਆਂ ਦੇ ਨਾਲ, ਬੜੀਆਂ ਸ਼ਹੀਦੀਆਂ ਦੇ ਨਾਲ, ਬੜੀ ਵੱਡੀ ਜਦੋਜਹਿਦ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ, ਉਹਦੇ 100 ਸਾਲ ਪੂਰੇ ਹੋਏ ਨੇ। ਬੜਾ ਵੱਡਾ ਇਤਿਹਾਸ ਸਿਰਜਿਆ ਗਿਆ ਹੈ। ਉਹਦੀ ਜਿਹੜੀ ਹੈ ਸਮੁੱਚੇ ਖਾਲਸਾ ਪੰਥ ਨੂੰ ਦਿਲ ਦੀਆਂ ਗਹਿਰਾਈਆਂ 'ਚ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮਕਸਦ ਨੂੰ ਲੈ ਕੇ ਸਾਡੇ ਵੱਡ ਵਡੇਰਿਆਂ ਨੇ ਹੋਂਦ ਵਿੱਚ ਲਿਆਂਦੀ ਸੀ, ਔਰ ਉਸ ਕਾਜ ਨੂੰ ਲੈ ਕੇ ਲਗਾਤਾਰ ਜਿਹੜਾ ਆ ਔਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਿਹੜਾ ਆ, ਉਸ ਸਮੇਂ ਸਵਾਲ ਇਹ ਉੱਠਿਆ ਸੀਗਾ ਕਿ ਅੰਗਰੇਜ਼ ਹਕੂਮਤ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੇ ਵਿੱਚ ਧਰਮ ਪ੍ਰਤੀ ਨਿਰਾਸ਼ਤਾ ਪੈਦਾ ਕਰਨ ਲਈ, ਧਾਰਮਿਕ ਅਕੀਦੇ ਤੋਂ ਡਲਾਉਣ ਲਈ, ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ, ਜਿਹੜੇ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸੀ ਉਹਨਾਂ ਦੇ ਵਿੱਚ ਜਿਹੜੀਆਂ ਮਹੰਤਾਂ ਦਾ ਕਬਜ਼ਾ ਕਰਵਾਇਆ ਤੇ ਮਹੰਤਾਂ ਕੋਲੋਂ ਇੱਕ ਤਰ੍ਹਾਂ ਦੀ ਜਿਹੜੀ ਅਜਿਹੀਆਂ ਕਾਰਵਾਈਆਂ ਕਰਵਾਈਆਂ ਜਿਹੜੀ ਕਿਸੇ ਵੀ ਸਿੱਖ ਨੂੰ ਭਾਉਂਦੀਆਂ ਨਹੀਂ ਸਨ, ਗੁਰਮਤ ਤੋਂ ਦੂਰ ਸਨ। ਔਰ ਅਜਿਹੇ ਕਾਰੇ ਹੋਏ ਕਿ ਸਿੱਖ ਜਿਹੜੇ ਆ ਮਜਬੂਰ ਹੋਏ ਉਹਨਾਂ ਕੋਲੋਂ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ। ਔਰ ਸਿੱਖਾਂ ਨੇ ਇਕੱਠੇ ਹੋ ਕੇ, ਸੰਗਠਿਤ ਹੋ ਕੇ ਲੜਾਈ ਲੜੀ, ਜਦੋਜਹਿਦ ਕੀਤੀ ਤੇ ਮਹੰਤਾਂ ਨੂੰ ਗੁਰਦੁਆਰਾ ਸਾਹਿਬਾਨ 'ਚੋਂ ਕੱਢ ਕੇ ਧਰਮੀ ਸਿੱਖਾਂ ਨੇ ਪ੍ਰਬੰਧ ਜਿਹੜਾ ਆਪਣੇ ਹੱਥ 'ਚ ਲਿਆ। ਤੇ 1920 ਦੇ ਵਿੱਚ 15 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਡਾ ਇੱਕ ਤਰ੍ਹਾਂ ਨੁਮਾਇੰਦਾ ਇਤਿਹਾਸਕ ਇਕੱਠ ਸੱਦ ਕੇ ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ। ਔਰ ਸਭ ਤੋਂ ਪਹਿਲੇ ਜਿਹੜੇ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹੜੇ ਖਾਲਸਾ ਪੰਥ ਨੇ ਨਾਮਜ਼ਦ ਕੀਤੇ, ਜਿਨ੍ਹਾਂ ਨੂੰ ਮਾਣ ਤੇ ਸਨਮਾਨ ਹਾਸਲ ਹੋਇਆ, ਉਹ ਸਰਦਾਰ ਸੁੰਦਰ ਸਿੰਘ ਮਜੀਠੀਆ ਸਨ। ਔਰ ਸਮੇਂ ਸਮੇਂ 'ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਵਧੀਆ ਪ੍ਰਬੰਧ ਚਲਾਏ ਨੇ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ
ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਜਿਹੜੇ ਨੇ, ਸਿੱਖ ਤਾਂ ਖੁਸ਼ ਹੁੰਦੇ ਹੀ ਆ ਇੱਥੋਂ ਦੇ ਪ੍ਰਬੰਧ ਦੇਖ ਕੇ। ਜਿਹੜੇ ਵਿਰੋਧੀ ਵੀ ਨੇ, ਜਿਹੜੇ ਗੈਰ ਸਿੱਖ ਨੇ, ਔਰ ਖਾਸ ਕਰਕੇ ਵਿਦੇਸ਼ੀ ਲੋਕ ਜਿਹੜੇ ਨੇ, ਉਹ ਵੀ ਜਿਹੜੇ ਆ ਇਹਨਾਂ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਨੇ, ਸਲਾਹ। ਬਿਲਕੁਲ ਵਲਟੋਆ ਸਾਹਿਬ, ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਜਦੋਂ ਵੀ ਕਿਤੇ ਮੁਸ਼ਕਲ ਆਉਂਦੀ ਹੈ, ਭੀੜਾ ਬਣਦੀ ਹੈ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਲਗਾਏ ਜਾਂਦੇ ਆ। ਗੈਰ ਸਿੱਖ ਵੀ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਨੇ। ਜਿਹੜਾ ਵੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦਾ ਹੈ ਉਹ ਪ੍ਰਭਾਵਿਤ ਹੁੰਦਾ ਹੈ। ਪਰ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸਵਾਲ ਵੀ ਉੱਠਦੇ ਨੇ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਮਹੰਤਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕੱਢਣ ਦੇ ਲਈ, ਖਾਸ ਕਰਕੇ ਜਿਵੇਂ ਨਰੈਣੂ ਮਹੰਤ ਦੀ ਗੱਲ ਕਰੀਏ ਤਾਂ ਉਸ ਸਮੇਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ। ਅੱਜ 100 ਸਾਲ ਬਤੀਤ ਹੋ ਗਿਆ ਹੈ, ਅੱਜ ਫਿਰ ਸੰਗਤ ਦੇ ਵਿੱਚ ਉਹੀ ਪ੍ਰਭਾਵ ਜਾ ਰਿਹਾ ਹੈ। ਬਹੁਤ ਸਾਰੇ ਵਿਰੋਧੀ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਮਹੰਤਾਂ ਵਰਗਾ ਹੀ ਮਾਹੌਲ ਹੁਣ ਬਣਿਆ ਹੋਇਆ ਹੈ, ਐਸਾ ਕਿਉਂ? ਦੇਖੋ, ਇਹ ਕੌਮ ਦੀ ਬਦਕਿਸਮਤੀ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ, ਪੰਥਕ ਕਹਾਉਣ ਵਾਲੇ, ਸਿੱਖੀ ਦੇ ਅਲੰਬਰਦਾਰ ਕਹਾਉਣ ਵਾਲੇ ਹੀ ਸਿੱਖੀ ਦੇ ਉੱਤੇ ਵਾਰ ਕਰ ਰਹੇ ਨੇ। ਵਿਰੋਧੀਆਂ ਨੇ ਹਮੇਸ਼ਾ ਹੀ, ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਨੇ, ਉਹਨਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਹਮੇਸ਼ਾ ਹੀ ਕੁਹਾੜਾ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਲੰਬੇ ਸਮੇਂ ਤੋਂ ਸਾਜ਼ਿਸ਼ਾਂ ਰਚਦੇ ਆਏ ਨੇ, ਔਰ ਉਸ ਕੁਹਾੜੇ ਦਾ ਦਸਤਾ ਸਾਡੇ ਆਪਣੇ ਹੀ ਬਣ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਸਿਰਮੌਰ ਸਿੱਖ ਸੰਸਥਾ ਆ, ਜਿਹੜੀ ਕਿਸੇ ਦਾ ਕਬਜ਼ਾ ਨਹੀਂ, ਉਹਦੀਆਂ ਬਕਾਇਦਾ ਚੋਣਾਂ ਹੁੰਦੀਆਂ ਨੇ। ਤੇ ਚੋਣਾਂ ਦੇ ਵਿੱਚ ਹਮੇਸ਼ਾ ਹੀ ਲੰਬੇ ਸਮੇਂ ਤੋਂ, ਦੇਸ਼ ਦੀ ਆਜ਼ਾਦੀ ਤੋਂ ਬਾਅਦ, ਕਾਂਗਰਸ ਪਾਰਟੀ ਸਿੱਧੇ ਅਸਿੱਧੇ ਰੂਪ 'ਚ ਭਾਗ ਲੈਂਦੀ ਹੈ, ਆਪਣੇ ਉਮੀਦਵਾਰ ਖੜੇ ਕਰਦੀ ਹੈ ਔਰ ਇਲੈਕਸ਼ਨ ਲੜਦੀ ਹੈ, ਪੂਰੀ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਲੜੀਆਂ ਜਾਂਦੀਆਂ ਨੇ। ਤੇ ਹਰੇਕ ਵਾਰੀ ਮੂੰਹ ਦਿਖਾਉਂਦੇ ਰਹਿਣੇ, ਚਾਹੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਸਾਧ ਸੰਗਤ ਬੋਰਡ ਬਣਾ ਕੇ ਲੜਦੇ ਰਹੇ, ਕਦੀ ਪੰਥਕ ਮੋਰਚਾ ਬਣਾ ਕੇ ਲੜਦੇ ਰਹੇ, ਕਦੀ ਕੈਪਟਨ ਅਮਰਿੰਦਰ ਸਿੰਘ, ਪਰਮਜੀਤ ਸਿੰਘ ਸਰਨੇ ਵਰਗੇ ਨੂੰ ਲਿਆਉਂਦੇ ਰਹੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਸਮੇਂ-ਸਮੇਂ ਤੇ, ਜਦੋਂ ਕਾਂਗਰਸੀ ਹਕੂਮਤਾਂ ਸੀਗੀਆਂ, ਜ਼ਿਆਦਾਤਰ ਉਦੋਂ ਹੋਈਆਂ ਨੇ। ਔਰ ਕਾਂਗਰਸੀ ਹਕੂਮਤਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਸਵੀਪ ਕਰਦਾ ਰਿਹਾ, ਇੱਕ ਤਰ੍ਹਾਂ ਸਾਰੀਆਂ ਸੀਟਾਂ ਲਗਭਗ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਰਿਹਾ ਹੈ। ਇਹ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ, ਪਰ ਅੱਜ ਮੈਂ ਦੇਖਿਆ ਹੈ ਇੱਕ ਪਾਸੇ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ, ਵੱਡੇ ਸਮਾਗਮ ਹੋ ਰਹੇ ਨੇ, ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹ ਸਟੇਜ ਤੋਂ ਬੋਲ ਰਹੀਆਂ ਨੇ। ਦੂਜੇ ਪਾਸੇ ਜਿਵੇਂ ਸੁਖਬੀਰ ਸਿੰਘ ਐਂਟਰ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਤੇ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਨਰੈਣੂ ਮਹੰਤਾਂ ਵਾਲੇ ਕੰਮ ਇਹਨਾਂ ਨੇ ਫੜਿਆ ਹੋਇਆ ਹੈ। ਐਸਾ ਕਿਉਂ? ਕਿਉਂਕਿ ਤੁਸੀਂ ਤਾਂ ਕਾਂਗਰਸ ਦੀ ਗੱਲ ਕਰ ਰਹੇ ਹੋ, ਇਹ ਤਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ, ਸਿੱਖ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਦੇਖੋ, ਇਹ 'ਚ ਕੋਈ ਦਰਾਵ ਨੇ ਪਹਿਲੋਂ ਗੱਲ ਕੀਤੀ ਕਿ ਦੁੱਖ ਦੀ ਗੱਲ ਹੈ, ਬਦਕਿਸਮਤੀ ਕੌਮ ਦੀ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਜਾਣੀਆਂ ਨੇ, ਲੜ ਲਿਆ ਜੇ, ਪਹਿਲਾਂ ਵੀ ਲੜਦੇ ਰਹੇ ਜੇ, ਮਾਨ ਸਾਹਿਬ ਵੀ ਲੜਦੇ ਰਹੇ, ਮਾਨ ਸਾਹਿਬ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਦੇ ਰਹੇ ਨੇ, 2-4 ਸਾਥੀ ਉਹਨਾਂ ਦੇ ਹੋਰ ਵੀ ਬਣਦੇ ਰਹੇ ਨੇ, ਤੇ ਕੱਲ ਨੂੰ ਫੇਰ ਆ ਜਾਣੀਆਂ ਨੇ। ਇੱਥੇ ਕਿਸੇ ਦਾ ਕਬਜ਼ਾ ਹੈ? ਚੁਣੇ ਹੋਏ ਨੁਮਾਇੰਦੇ ਨੇ, ਸਿੱਖਾਂ ਨੇ ਚੁਣੇ ਨੇ, ਸਿੱਖ ਵੋਟਰਾਂ ਨੇ ਚੁਣੇ ਨੇ, ਮਾਣ ਦਿੱਤਾ ਆ, ਜਿਨ੍ਹਾਂ ਨੂੰ ਦਿੱਤਾ ਆ, ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਨੇ। ਤੁਸੀਂ ਕੱਲ ਨੂੰ ਜਿੱਤ ਕੇ ਆਉਂਦੇ ਜੇ, ਤੇ ਜੇ ਸਾਡੇ ਵਰਗੇ ਕਹਿਣ ਕਿ ਇਹ ਲੋਕ ਕਾਬਜ਼ ਹੋ ਗਏ ਨੇ, ਇਹ ਤਾਂ ਕਾਬਜ਼ ਥੋੜ੍ਹੀ ਹੈ, ਇਹ ਤਾਂ ਸੰਗਤ ਵੱਲੋਂ ਦਿੱਤਾ ਹੋਇਆ ਮਾਣ ਸਨਮਾਨ ਹੈ। ਹੁਣ ਚੋਣਾਂ ਦਾ ਪ੍ਰੋਸੈਸ ਸਟਾਰਟ ਹੋ ਗਿਆ ਆ, ਚੋਣਾਂ ਦਾ ਕੰਮ ਸ਼ੁਰੂ ਹੋ ਗਿਆ ਆ, ਬਕਾਇਦਾ ਇਲੈਕਸ਼ਨ ਕਮਿਸ਼ਨ ਜਿਹੜੇ ਨੇ ਨਿਯੁਕਤ ਕਰ ਦਿੱਤੇ ਗਏ ਨੇ, ਸਰਦਾਰ ਐਸ ਸਾਰੋਂ ਜਿਹੜੇ ਨੇ, ਆਪੇ ਚੋਣਾਂ ਹੋ ਜਾਣੀਆਂ ਨੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ। ਜਿਹਨੂੰ ਸਤਿਗੁਰੂ ਜਿਹਦੀ ਝੋਲੀ ਦੇ ਵਿੱਚ ਵਡਿਆਈ ਬਖਸ਼ਣਗੇ, ਸੇਵਾ ਪਾਉਣਗੇ, ਉਹ ਸੇਵਾ ਕਰ ਲੂ। ਇਹ ਜਿਹੜੀਆਂ ਜੋ ਕੁਛ ਵੀ ਆ, ਬਦਕਿਸਮਤੀ ਕੌਮ ਦੀ, ਕਿ ਅਸੀਂ ਰਾਜਨੀਤੀ ਕਰਦੇ ਕਰਦੇ ਗੰਦੀ ਰਾਜਨੀਤੀ ਤੇ ਆ ਗਏ। ਰਾਜਨੀਤੀ ਕਰੋ, ਸਿੱਖਾਂ ਨੂੰ ਧਰਮ ਦੇ ਨਾਲ, ਜਿਹੜਾ ਧਾਰਮਿਕ ਹੋਣ ਦੇ ਨਾਲ ਨਾਲ ਰਾਜਨੀਤੀ ਦੀ ਗੁੜਤੀ ਮਿਲਦੀ ਹੈ। ਮੇਰੀ ਤੇ ਪੀਰੀ ਦਾ ਸੰਕਲਪ ਹੈ ਸਿੱਖੀ ਦੇ ਵਿੱਚ, ਸਿੱਖ ਨੂੰ ਇਹ ਦਾਤ ਬਖਸ਼ੀ ਸਤਿਗੁਰੂ ਨੇ, ਪਰ ਜਿਹੜੀ ਪੀਰੀ ਦੇ ਨਾਲ ਨਾਲ ਪੀਰੀ ਨੂੰ ਗੰਦਿਆਂ ਨਾ ਬਣਾਓ। ਪਰ ਬਲਟੋਆ ਸਾਹਿਬ, ਹੁਣ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਜਿੰਨੇ ਵੀ ਹੋਰ ਦਲ ਨੇ, ਉਹਨਾਂ ਦੇ ਵੱਲੋਂ ਇਲੈਕਸ਼ਨ ਦੇ ਤੌਰ ਲੜਨ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ, ਹੋ ਸਕਦਾ ਫਰਵਰੀ ਦੇ ਵਿੱਚ ਚੋਣਾਂ ਹੋਣ, ਕਿ ਸ਼੍ਰੋਮਣੀ ਕਮੇਟੀ ਦੇ ਉੱਪਰ ਬਾਦਲ ਦਲ ਦਾ ਕਬਜ਼ਾ ਹੈ, ਉਹ ਕਬਜ਼ਾ ਛਡਾਉਣ ਦੇ ਲਈ ਉਹ 328 ਸਰੂਪਾਂ ਨੂੰ ਆਧਾਰ ਬਣਾ ਰਹੇ ਨੇ। ਕੀ ਇਹ ਗਲਤੀ ਨਹੀਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 328 ਸਰੂਪ ਦਾ ਗਾਇਬ ਹੋਣਾ? ਦੇਖੋ, ਪਹਿਲੀ ਤੇ ਗੱਲ ਹੈ ਕਿ ਇਹ ਮਸਲਾ ਕੀ ਹੈ। ਕੋਈ ਇਹਨਾਂ ਨੂੰ ਚੋਰੀ ਕਹੀ ਜਾਂਦਾ ਆ, ਕੋਈ ਇਹਨਾਂ ਨੂੰ ਗੁੰਮ ਹੋਏ ਸਰੂਪ ਕਹੀ ਜਾਂਦਾ ਆ। ਤੁਹਾਨੂੰ ਕੀ ਲੱਗਦਾ? ਜੋ ਸੱਚ ਸਾਹਮਣੇ ਆਇਆ ਹੈ, ਭਾਵੇਂ ਕਿ 45 ਕਮਿਸ਼ਨ ਨੇ, ਜਿਹੜੇ ਭਾਈ ਈਸ਼ਰ ਸਿੰਘ ਦਾ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਬਣਾਇਆ ਸੀਗਾ, ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਥੇ ਸੰਪਾਦਨਾ ਹੁੰਦੀ ਹੈ, ਜਿਹੜੀ ਪਬਲੀਕੇਸ਼ਨ ਵਿਭਾਗ ਹੈ,
ਲੰਬੇ ਸਮੇਂ ਤੋਂ ਜਿਹੜੇ ਕਮਲਜੀਤ ਸਿੰਘ ਕਰਮਚਾਰੀ ਉੱਥੇ ਸੇਵਾ ਕਰਦੇ ਸੀ ਜਾਂ ਉਹਨਾਂ ਦੇ ਸਾਥੀ ਕਰਦੇ ਸੀਗੇ, ਉਹ ਜਦੋਂ ਰਿਟਾਇਰ ਹੋਣ ਲੱਗਾ ਕਮਲਜੀਤ ਸਿੰਘ, ਉਹਦੇ ਕੋਲੋਂ ਜਦੋਂ ਸਾਰਾ ਹਿਸਾਬ ਕਿਤਾਬ ਲਿਆ ਗਿਆ, ਉਹਦੇ 'ਚ ਸਰੂਪਾਂ ਦੀ ਘਾਟ ਸਾਹਮਣੇ ਆਈ ਔਰ ਖੁਦ ਸਵੀਕਾਰ ਕਰਕੇ ਗਿਆ ਕਿ ਮੇਰੇ ਕੋਲੋਂ ਸਰੂਪਾਂ ਦੀ ਘਾਟ ਹੋਈ ਹੈ, ਮੈਂ ਭੇਟਾ ਜਮ੍ਹਾਂ ਕਰਾਉਣ ਲਈ ਤਿਆਰ ਹਾਂ। ਇੱਥੋਂ ਤੱਕ ਕਿ ਐਫੀਡੇਵਿਟ ਦੇ ਕੇ ਗਿਆ, ਆਪਣੀ ਗਲਤੀ ਸਵੀਕਾਰ ਕਰਕੇ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਦੀ, ਅੱਗੇ ਤੁਰਦੀ, ਤੇ ਸਾਡੀਆਂ ਜਿਹੜੀਆਂ ਧਿਰਾਂ ਨੇ, ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਨੇ, ਜਿਹੜੇ ਦੋਸ਼ੀ ਨੂੰ ਕਟਹਿਰੇ 'ਚ ਖੜਾ ਕਰਨ ਦੀ ਬਜਾਏ ਉਹਦੀ ਗੱਲ ਕਰਨ ਦੀ ਬਜਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹਨੇ ਗੁਨਾਹ ਕੀਤਾ ਸੀਗਾ ਉਹਨੂੰ ਨੰਗਿਆ ਕੀਤਾ ਆ, ਉਹਦੇ ਮਗਰ ਧਿਰ ਬਣ ਕੇ ਖੜੇ ਹੋ ਗਏ। ਨਹੀਂ, ਕਮਲਜੀਤ ਸਿੰਘ ਤਾਂ ਸੱਚਾ ਆ। ਤੇ ਹੁਣ ਕਹਾਣੀ ਕੀ ਹੈ ਕਿ ਭਾਵੇਂ ਜਿਹੜਾ ਪੜਤਾਲੀਆ ਕਮਿਸ਼ਨ ਸੀ, ਉਹਨੇ ਵੀ ਆਪਣੀ ਰਿਪੋਰਟ ਵਿੱਚ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ। ਇਹ ਕੇਵਲ ਤੇ ਕੇਵਲ ਬੇਈਮਾਨੀ ਕੀਤੀ ਗਈ ਆ, ਇੰਬੈਜ਼ਲਮੈਂਟ ਕੀਤੀ ਗਈ ਆ। ਜਿਹੜੀ ਭੇਟਾ ਸੀ ਉਹ ਜੇਬ ਵਿੱਚ ਪਾਉਣ ਦੀ ਖਾਤਰ, ਉਹਨੂੰ ਆਪਣੇ ਨਿੱਜੀ ਮਫਾਦ ਲਈ ਵਰਤਣ ਦੀ ਖਾਤਰ ਜਿਹੜਾ ਰਿਕਾਰਡ ਤੇ ਨਹੀਂ ਚਾੜਿਆ ਗਿਆ। ਰਿਕਾਰਡ ਤੇ ਨਾ ਚਾੜਨ ਕਰਕੇ ਉਹ ਜਿੰਨੇ ਸਰੂਪ ਦਿੱਤੇ ਨੇ ਉਹਨਾਂ ਦੀ ਭੇਟਾ ਜੇ ਉਹ ਰਿਕਾਰਡ ਤੇ ਚਾੜਦੇ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦੇ ਵੀ ਗਿਣਤੀ ਵਿੱਚ ਆ ਜਾਣੀ ਸੀ। ਉਹ ਕੇਵਲ ਤੇ ਕੇਵਲ ਉਹ ਘਾਲਾ ਮਾਲਾ ਕਰਨ ਦੀ ਖਾਤਰ ਉਹਨਾਂ ਨੇ ਅਜਿਹਾ ਕਦਮ ਚੁੱਕਿਆ, ਸਿਰਫ ਭੇਟਾ ਖਾਣ ਦੀ ਖਾਤਰ। ਹੁਣ ਭੇਟਾ ਹੈ ਕਿ ਨਹੀਂ 2100, ਆਪਾਂ 2100 ਨਾ ਸਮਝੀਏ। ਕਈ ਸਿੱਖ ਜਿਹੜੇ ਸ਼ਰਧਾਵਾਨ ਆਉਂਦੇ ਨੇ, ਜਿਹੜੇ ਸਿੱਧੇ ਉੱਥੇ ਪਹੁੰਚ ਜਾਂਦੇ ਨੇ ਕਿ ਭਾਈ ਸਾਹਿਬ ਜੀ ਅਸੀਂ ਸਰੂਪ ਲੈਣ ਵਾਸਤੇ ਆਏ ਹਾਂ ਤੇ ਬਖਸ਼ਿਸ਼ ਕਰੋ, ਤੇ ਕੋਈ 25000 30000 50000 ਦੇਣ ਵਾਲੇ ਵੀ ਹੈਗੇ ਨੇ। ਇੱਕ ਆਰੋਪ ਹੋਰ ਲੱਗਦਾ ਹੈ, ਜਦੋਂ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ, ਉਸ ਮੌਕੇ ਤੇ ਪਹਿਲਾਂ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ, ਤੇ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਖੇ ਸ਼੍ਰੋਮਣੀ ਅਕਾਲੀ ਦਲ ਚੱਲਦਾ ਸੀਗਾ, ਪਰ ਹੁਣ ਉਲਟ ਹੋਇਆ ਲੱਗਦਾ ਹੈ। ਹੁਣ ਇਹ ਆਰੋਪ ਲੱਗਦੇ ਨੇ ਕਿ ਜੋ ਸ਼੍ਰੋਮਣੀ ਅਕਾਲੀ ਦਲ ਆਖਦਾ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਉਹੀ ਕੰਮ ਕਰਦੇ ਨੇ। ਕੀ ਸੱਚਾਈ? ਆਰੋਪ ਲਾਉਣ ਤੇ ਕਿਹਦਾ ਜ਼ੋਰ ਲੱਗਦਾ, ਗੱਲ ਹੀ ਕੱਢਣੀ ਮੂੰਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਵਿਧਾਨ ਆ, ਸਿਧਾਂਤ ਆ, ਕੋਈ ਨਿਯਮ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਤਹਿਤ ਚੱਲਦੀ ਹੈ। ਇਵੇਂ ਗੱਲਾਂ ਕਰ ਦੇਣੀਆਂ ਕਿ ਜਿਹੜੀ ਆ ਇੱਥੇ ਜੀ ਬਾਦਲ ਪਰਿਵਾਰ ਚਲਾਉਂਦਾ ਜੀ, ਆਹ ਕਰਦਾ ਜੀ, ਉਹ ਕਰਦਾ ਜੀ, ਗੱਲਾਂ ਕਰਨ ਨਾਲ ਨਹੀਂ ਗੱਲ ਬਣਦੀ। ਤੁਸੀਂ ਚੜ੍ਹਦੀ ਕਲੀ ਦੀ ਗੱਲਾਂ ਕਰੋ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿਓ। ਇਹ ਕਿਸੇ ਦੀ ਜ਼ਗੀਰ ਤਾਂ ਹੈ ਨਹੀਂ। ਜਿਹੜੇ ਅੱਜ ਬੈਠਾ ਪ੍ਰਧਾਨ ਬੈਠਾ ਜਾਂ ਐਗਜ਼ੈਕਟਿਵ ਬੈਠੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜਾਂ ਜਿਹੜੇ ਇੱਥੇ ਕਰਮਚਾਰੀ, ਜਿਹੜੇ ਸਕੱਤਰ, ਮੀਤ ਸਕੱਤਰ, ਜਿਹੜੇ ਮੈਨੇਜਰ ਜਾਂ ਹੋਰ ਕਰਮਚਾਰੀ ਸੇਵਾ ਕਰਦੇ ਨੇ, ਕੋਈ ਇਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਥੋੜ੍ਹੀ ਹੈ। ਉਹ ਤਾਂ ਕਹਿੰਦੇ ਪ੍ਰਧਾਨ ਵੀ ਉਹ ਬਣਦੇ ਜਿਨ੍ਹਾਂ ਨੂੰ ਬਾਦਲ ਸਾਹਿਬ ਕਹਿਣ। ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਉਹ ਲੜਦੇ ਨੇ। ਬਕਾਇਦਾ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ, ਬਾਦਲ ਪਰਿਵਾਰ ਤੇ ਹੁਣ ਆਇਆ, ਬਾਦਲ ਪਰਿਵਾਰ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ, ਔਰ ਕੱਲ ਨੂੰ ਬਾਦਲ ਪਰਿਵਾਰ ਤੋਂ ਬਾਅਦ ਵੀ ਕੋਈ ਹੋਰ ਵੀ ਆ ਸਕਦਾ ਆ। ਇਹ ਕੋਈ ਬਾਦਲ ਪਰਿਵਾਰ ਦੀ ਆਪਦੀ ਨਿੱਜੀ ਥੋੜ੍ਹੀ ਹੈ ਸ਼੍ਰੋਮਣੀ ਅਕਾਲੀ ਦਲ, ਵੀ ਉਹਨਾਂ ਦੀ ਕੋਈ ਪ੍ਰਾਈਵੇਟ ਕੰਪਨੀ ਹੈ। ਇਹ ਤਾਂ ਜਿਹਨੂੰ ਸਤਿਗੁਰੂ ਸੇਵਾ ਬਖਸ਼ੂਗਾ। ਸਮੇਂ ਸਮੇਂ ਤੇ ਪ੍ਰਧਾਨ ਆਉਂਦੇ ਰਹੇ ਨੇ, ਕੱਲ ਨੂੰ ਕੋਈ ਨਵਾਂ ਪ੍ਰਧਾਨ ਵੀ ਆ ਸਕਦਾ ਹੈ। ਇਸ ਕਰਕੇ ਕੇਵਲ ਤੇ ਕੇਵਲ ਪ੍ਰਚਾਰ ਕਰਨਾ ਜੀ, ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰ ਲਿਆ ਜੀ, ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ, ਮੂੰਹ ਕਿਹਦਾ ਥੋੜ੍ਹੀ ਫੜ ਲਓਗੇ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਕਿਹਨੇ? ਅਨਾਊਂਸਮੈਂਟ ਕਿਹਨੇ ਕੀਤੀ? ਨਾਮ ਪ੍ਰਪੋਜ਼ ਕਿਹਨੇ ਕੀਤਾ? ਨਾਮ ਪੇਸ਼ ਕਿਹਨੇ ਕੀਤਾ? ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ। ਉਹਦੀ ਤਾਇਦ ਕਿਹਨੇ ਕੀਤੀ? ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ। ਜੇ ਤੁਹਾਨੂੰ ਦਿਸਦਾ ਸੀਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਾਬਲ ਨਹੀਂ ਜਾਂ ਹੱਕ ਨਹੀਂ ਰੱਖਦੇ, ਤੇ ਫਿਰ ਤੁਸੀਂ ਕਿਉਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਚੋਣ ਜਿਹੜੀ ਹੈ ਜਿਹਦੇ ਵਿੱਚ ਤੁਸੀਂ ਨਾਮ ਪੇਸ਼ ਕੀਤਾ ਸੀ, ਕਿਉਂ ਕੀਤਾ? ਇਸ ਕਰਕੇ ਜਦੋਂ ਤੁਸੀਂ ਹਰੀਆਂ ਚੁਗਣੀਆਂ ਸੀ, ਜਦੋਂ ਤੁਸੀਂ ਸਰਦਾਰੀਆਂ ਹਟਾਉਣੀਆਂ ਸੀ, ਜਦੋਂ ਵਜ਼ੀਰੀਆਂ ਹਟਾਉਣੀਆਂ ਸੀ, ਜਦੋਂ ਸੱਤਾ ਦਾ ਆਨੰਦ ਮਾਣਨਾ ਸੀ, ਉਦੋਂ ਸੁਖਬੀਰ ਸਿੰਘ ਬਾਦਲ ਚੰਗਾ ਸੀਗਾ। ਤੇ ਜਦੋਂ ਅੱਜ ਸੱਤਾ ਤੋਂ ਬਾਹਰ ਹੈ ਤੇ ਧਾਰੀਆਂ ਸਾਂਝਾ ਕਦੀ ਬੀਜੇਪੀ ਨਾਲ ਪੈ ਜਾਂਦੀਆਂ, ਕਦੀ ਆਰਐਸਐਸ ਨਾਲ ਪੈ ਜਾਂਦੀਆਂ, ਕਦੀ ਕੈਪਟਨ ਅਮਰਿੰਦਰ ਸਿੰਘ ਦੇ ਤਲਵੇ ਜਾ ਕੇ ਚੱਟਣ ਲੱਗ ਪੈਂਦੇ ਜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲ੍ਹ ਨੂੰ ਲੜਨੀ ਹੈ ਤੇ ਕਾਂਗਰਸ ਦੇ ਆਸਰੇ ਤੇ ਲੜਨੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਨਾ ਹੋ ਜਾਏ, ਉਹਦੀ ਜਾ ਕੇ ਹਾਜ਼ਰੀ ਭਰਦੇ ਜੇ। ਤੇ ਕਦੀ ਬੀਜੇਪੀ ਜਿਹੜੀ ਹੈ, ਬੀਜੇਪੀ ਸਾਡੇ ਤੇ ਥਾਪੜਾ ਦੇ ਕੇ ਰੱਖੇ ਤੇ ਬੀਜੇਪੀ ਨਾਲ ਸਾਂਝਾ ਰੱਖਦੇ ਜੇ। ਇਹ ਜਿਹੜੀਆਂ ਸਾਂਝਾਂ ਖਾਸ ਕਰਕੇ ਜਿਹੜੇ ਸਿੱਖ ਕੌਮ ਦੀ ਵਿਰੋਧੀ ਸ਼ਕਤੀਆਂ ਨੇ, ਖਾਸ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ, ਤੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਜਿਹੜਾ ਵੀ ਕੋਈ ਵਿਅਕਤੀ ਕਾਂਗਰਸ ਨਾਲ ਸਾਂਝ ਰੱਖਦਾ, ਮੈਂ ਕਹਿੰਦਾ ਉਹ ਸਿੱਖ ਹੀ ਨਹੀਂ। ਤੁਸੀਂ ਕਾਂਗਰਸ ਤੋਂ ਇਲਾਵਾ ਆਰਐਸਐਸ ਦੀ ਗੱਲ ਕੀਤੀ ਹੈ, ਕੀ ਇਹ ਸੱਚਾਈ ਹੈ? ਇਹਦੇ ਵਿੱਚ ਸੱਚ ਹੈ ਵੀ ਆਰਐਸਐਸ ਦੇ ਨਾਲ ਬਾਕੀ ਰਲੇ ਹੋਏ ਨੇ? ਨਹੀਂ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਮੈਂ ਤਾਂ ਲੰਬੇ ਸਮੇਂ ਤੋਂ ਕਹਿੰਦਾ ਹੋਣਾ ਆ। ਮੈਨੂੰ ਜਦ ਕਦੇ ਵੀ ਤੁਹਾਡੇ ਵਰਗੇ ਵੀਰ ਨੇ ਕਿਸੇ ਨੇ ਸਵਾਲ ਕੀਤਾ ਤਾਂ ਮੈਂ ਹਮੇਸ਼ਾ ਕਿਹਾ ਕਿ ਜਿਹੜੀ ਆਰਐਸਐਸ ਆ ਉਹ ਸਿੱਖ ਹਤੈਸ਼ੀ ਨਹੀਂ। ਉਹ ਸਿੱਖਾਂ ਪ੍ਰਤੀ ਜਿਹੜੀ ਮਾਨਸਿਕਤਾ ਰੱਖਦੀ ਆ, ਉਹ ਜਿਹੜੀ ਮਤਲਬ ਕਹਿ ਲਈਏ ਕਿ ਉਹ ਕਿਸੇ ਨਾ ਕਿਸੇ ਰੂਪ 'ਚ
ਸਿੱਖਾਂ ਨੂੰ ਢਾਹ ਲਾਉਣਾ ਚਾਹੁੰਦੇ ਨੇ, ਤੇ ਜਿਹੜੇ ਸਿੱਖਾਂ ਨੂੰ ਢਾਹ ਲਾਉਣਾ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਸਾਂਝਾ ਰੱਖੋ, ਹਾਂਜੀ ਆਰਐਸਐਸ ਦੇ ਨਾਲ ਸਾਂਝਾ ਰੱਖੋ, ਤੇ ਫਿਰ ਕੋਈ ਗੱਲ ਬਣਦੀ। ਬਟੂਆ ਸਾਹਿਬ, ਸਭ ਤੋਂ ਜ਼ਿਆਦਾ ਸਾਂਝ ਤਾਂ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ। 9 ਮਾਸ ਦਾ ਰਿਸ਼ਤਾ ਹੁਣ ਤੱਕ ਕਿਹਾ ਜਾਂਦਾ ਸੀ, ਹੁਣ ਹੀ ਗਠਬੰਧਨ ਟੁੱਟਾ। ਭਾਰਤੀ ਜਨਤਾ ਪਾਰਟੀ ਨਾਲ ਸਾਡੀ ਕੇਵਲ ਤੇ ਕੇਵਲ ਰਾਜਨੀਤਿਕ ਸਾਂਝ ਸੀਗੀ। ਜੇ ਆਪਾਂ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਦੀ ਅਕਾਲੀ ਦਲ ਦੇ ਨਾਲ ਸਾਂਝ ਸੀਗੀ, ਤੇ ਉਹਨਾਂ ਦੇ ਦਮਦਮੀ ਟਕਸਾਲ ਦੇ ਨਾਲ ਤਾਂ ਸਾਂਝ ਨਹੀਂ ਸੀ, ਉਹਨਾਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੋਚ ਦੇ ਨਾਲ ਸਾਂਝ ਤੇ ਨਹੀਂ ਸੀ, ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਾਂਝ ਤੇ ਨਹੀਂ ਸੀ। ਭਾਰਤੀ ਜਨਤਾ ਪਾਰਟੀ ਦੀ ਕੇਵਲ ਤੇ ਕੇਵਲ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਂਝ ਸੀ। ਸਾਡੀ ਵੀ ਜਿਹੜੀ ਸਾਂਝ ਸੀਗੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਸੀਗੀ। ਔਰ ਆਰਐਸਐਸ ਉਹਨਾਂ ਦੇ ਮਗਰ ਆ, ਕਿਵੇਂ ਆ, ਕੀ ਆ, ਕਿਹਦੇ ਨਾਲ ਉਹਨਾਂ ਦੀ ਗਾਂਹ ਸਾਂਝ ਹੈ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂਗਾ। ਅਸੀਂ ਭਾਰਤੀ ਜਨਤਾ ਪਾਰਟੀ ਨਾਲ ਇੱਕ ਰਾਜਨੀਤਿਕ ਸਾਂਝ ਤੱਕ ਰਹੇ ਹਾਂ। ਹੁਣ ਆਖਰੀ ਸਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਚੜ੍ਹਦੀ ਕਲਾ 'ਚ ਜਾਵੇ, ਕਿਉਂਕਿ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ। ਹਰ ਪੰਥ ਦਰਦੀ ਇਹ ਚਾਹੁੰਦਾ ਹੈ ਜਿਹੜੀ ਖੂਨ ਪਸੀਨੇ ਦੇ ਨਾਲ ਹੋਂਦ ਵਿੱਚ ਆਈ ਹੈ ਉਹ ਸੰਸਥਾ ਚੜ੍ਹਦੀ ਕਲਾ ਵਿੱਚ ਜਾਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਕਿਹੋ ਜਿਹੇ ਨੁਮਾਇੰਦੇ ਚੁਣੇ ਜਾਣੇ ਚਾਹੀਦੇ ਤਾਂ ਕਿ ਇਹ ਸੰਸਥਾ ਹੋਰ ਚੜ੍ਹਦੀ ਕਲਾ ਵਿੱਚ ਜਾਵੇ? ਉਹ ਨੁਮਾਇੰਦੇ ਕਿਹੋ ਜਿਹੇ ਹੋਣੇ ਚਾਹੀਦੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ? ਨਹੀਂ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂਬਰ ਚੁਣਿਆ ਜਾਣਾ ਆ ਉਹ ਧਰਮ ਨੂੰ ਪ੍ਰਣਾਇਆ ਹੋਵੇ, ਅੰਮ੍ਰਿਤਧਾਰੀ ਹੋਵੇ, ਗੁਰਮਤਿ ਦਾ ਧਾਰਨੀ ਹੋਵੇ, ਸੇਵਾ ਭਾਵਨਾ ਹੋਵੇ। ਅਜਿਹਾ ਸਿੱਖ ਜਿਹੜਾ ਉਹ ਚੁਣ ਕੇ ਆਉਣਾ ਚਾਹੀਦਾ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਕਾਰਜ ਕੀਤੇ ਨੇ, ਬੜੇ ਸਕੂਲ ਚਲਾਉਂਦੀ ਹੈ, ਬੜੇ ਕਾਲਜ ਚਲਾਉਂਦੀ ਹੈ, ਬੜੇ ਇੰਜੀਨੀਅਰਿੰਗ ਕਾਲਜ ਚਲਾਉਂਦੀ ਹੈ, ਯੂਨੀਵਰਸਿਟੀਆਂ ਚਲਾਉਂਦੀ ਹੈ, ਮੈਡੀਕਲ ਕਾਲਜ ਚਲਾਉਂਦੀ ਹੈ, ਮੈਡੀਕਲ ਯੂਨੀਵਰਸਿਟੀ ਚਲਾਉਂਦੀ ਹੈ, ਬੜੇ ਅਦਾਰੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ। 18,000 ਸਿੱਖ ਜਿਹੜੇ ਨੇ ਇਹਦੇ ਵਿੱਚ ਸੇਵਾ ਕਰ ਰਹੇ ਨੇ। ਔਰ ਤੁਸੀਂ ਹੈਰਾਨ ਹੋ ਜਾਓਗੇ ਜਿਹਦੇ ਵਿੱਚੋਂ 50% ਉਹ ਸਿੱਖ ਨੌਜਵਾਨ ਨੇ ਜਾਂ ਸਿੱਖ ਬੱਚੀਆਂ ਨੇ ਜਿਹੜੀਆਂ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੌਰਾਨ ਆਪਣੀ ਜ਼ਿੰਦਗੀ ਵਾਰੀ ਕੁਰਬਾਨ ਕੀਤੀ ਹੈ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉਹਨਾਂ ਪਰਿਵਾਰਾਂ 'ਚੋਂ, ਧਰਮੀ ਫੌਜੀ ਜਾਂ ਧਰਮੀ ਫੌਜੀ ਦੇ ਪਰਿਵਾਰਾਂ 'ਚੋਂ, ਜਾਂ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ, ਜੋਧਪੁਰ ਜੇਲ੍ਹ ਵਾਲੇ ਜਿਹੜੇ ਸੀਗੇ ਜਿਨ੍ਹਾਂ ਬਾਰੇ ਬਕਾਇਦਾ ਕਿ ਮਤਾ ਪਾਇਆ ਗਿਆ ਸੀਗਾ ਕਿ ਜਾਂ ਉਹ ਸਰਵਿਸ ਲੈ ਲੈਣ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਲੈਣ, ਤੇ ਜਾਂ ਜਿਨ੍ਹਾਂ ਨੇ ਕੁੱਟਾਂ ਖਾਧੀਆਂ ਨੇ, ਜੇਲ੍ਹਾਂ ਕੱਟੀਆਂ ਨੇ, ਮਾਰਾਂ ਝੱਲੀਆਂ ਨੇ, ਉਹ ਜਿਹੜੇ ਅੱਜ ਲਗਭਗ 9-10 ਹਜ਼ਾਰ ਉਹ ਸਿੱਖ ਜਿਹੜੇ ਇੱਥੇ ਸੇਵਾ ਕਰਦੇ ਨੇ। ਭਾਈ ਅਮਰੀਕ ਸਿੰਘ ਹੋਰਾਂ ਦੀ ਬੇਟੀ ਜਿਹੜੀ ਹੈ, ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਹੋਏ ਨੇ, ਉਹਨਾਂ ਦੀ ਬੇਟੀ ਜਿਹੜੀ ਹੈ ਉਹ ਡਿਪਟੀ ਡਾਇਰੈਕਟਰ ਨੇ ਐਜੂਕੇਸ਼ਨ ਦੇ। ਇਸੇ ਤਰ੍ਹਾਂ ਭਾਈ ਜਿੰਦੇ ਹੋਰਾਂ ਦੇ ਜਿਹੜੇ ਜਿਨ੍ਹਾਂ ਨੇ ਵੈਦਿਆਂ ਨੂੰ ਸੋਧਿਆ ਸੀਗਾ, ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਭਾਈ ਜਿਹੜੇ ਨੇ ਇੱਥੇ ਸੇਵਾ ਕਰ ਰਹੇ ਨੇ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਪਰਿਵਾਰਕ ਮੈਂਬਰ ਇੱਥੇ ਸਰਵਿਸ ਕਰ ਰਹੇ ਨੇ। ਬੜੇ ਮਹਾਨ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਸਰਵਿਸ ਕਰ ਰਹੇ ਨੇ। ਤੇ ਕਹਿ ਦੇਣਾ ਕਿ ਗੰਗੂ ਦੀ ਔਲਾਦ ਨੇ, ਇਹ ਨਾਰਾਇਣੂ ਮਹੰਤ ਇੱਥੇ ਆ ਗਏ ਨੇ। ਇਸ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਜਾਂ ਸਾਡੇ ਵਾਸਤੇ ਬਦਕਿਸਮਤੀ ਵਾਲੀ ਕਿਹੜੀ ਗੱਲ ਹੋ ਸਕਦੀ ਕਿ ਤੁਸੀਂ ਅੰਮ੍ਰਿਤਧਾਰੀ ਸਿੱਖਾਂ ਨੂੰ, ਇੱਥੇ ਤੁਸੀਂ ਨੌਜਵਾਨ ਵੇਖੇ ਹੋਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੱਡੇ ਸੋਹਣੇ ਨੇ ਜਿਹੜੇ ਇੱਥੇ ਸੇਵਾਵਾਂ ਨਿਭਾ ਰਹੇ ਨੇ, ਤੇ ਤੁਸੀਂ ਕੇਵਲ ਤੇ ਕੇਵਲ ਰਾਜਨੀਤੀ ਕਰਨ ਦੀ ਖਾਤਰ ਜਾਂ ਆਪਣਾ ਇੱਕ ਪ੍ਰਚਾਰ ਕਰਨ ਦੀ ਖਾਤਰ ਤੁਸੀਂ ਚੋਣਾਂ ਲੜਨੀਆਂ ਜੀ ਸਦਕੇ ਲੜਿਆ ਜੇ। ਜਿਹੜੇ ਪੰਥ ਦਰਦੀ ਹੈ ਨਾ ਉਹ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਮਾੜੀ ਨਹੀਂ, ਉਹਦੇ ਵਿੱਚ ਕੁਝ ਕੁ ਮੁਲਾਜ਼ਮ ਜਿਹੜੇ ਹੈ ਜਾਂ ਕੁਝ ਸੁਧਾਰ ਦੀ ਜ਼ਰੂਰਤ ਹੈ। ਤੁਹਾਨੂੰ ਲੱਗਦਾ ਕੋਈ ਸੁਧਾਰ ਹੋਏ ਜਾਂ ਸੁਧਾਰ ਕਰਨ ਦੀ ਲੋੜ ਹੈਗੀ? ਇਹ 'ਚ ਕੋਈ ਦਰਾਵਾਂ ਨਹੀਂ। ਘਰ ਵੀ ਚਲਾਉਣਾ ਹੋਵੇ ਨਾ, ਤੇ ਜੇ ਘਰ 'ਚ ਕੋਈ ਕਮੀ ਹੈ ਤੇ ਘਰ ਦੇ ਕਿਸੇ ਮੈਂਬਰ ਨੂੰ ਸਲਾਹ ਦੇਣੀ ਚਾਹੀਦੀ ਹੈ, ਫੜ ਕੇ ਘਰ ਨਹੀਂ ਢਾਉਣਾ ਚਾਹੀਦਾ। ਆਪਦੇ ਜਿਹੜਾ ਘਰ ਨੂੰ ਹੈੱਡ ਕਰ ਰਿਹਾ ਹੈ, ਘਰ ਨੂੰ ਚਲਾ ਰਿਹਾ ਹੈ, ਅਗਵਾਈ ਦੇ ਰਿਹਾ ਹੈ, ਉਹਨੂੰ ਸਲਾਹ ਦਿਓ ਵੀ ਇਸ ਤਰ੍ਹਾਂ ਚਲਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਘਰ ਦੀ ਜਗੀਰ ਥੋੜ੍ਹੀ ਹੈ। ਜੇ ਤੁਹਾਨੂੰ ਇਹ ਜਾਪਦਾ ਕਿ ਆ ਕਮੀ ਹੈ, ਬੈਠ ਕੇ ਆਣ ਕੇ ਇੱਥੇ ਅਦਾਰਾ ਆ, ਤੁਸੀਂ ਪ੍ਰਧਾਨ ਸਾਹਿਬ ਕੋਲੇ ਬੈਠੋ, ਤੁਸੀਂ ਐਗਜ਼ੈਕਟਿਵ ਕੋਲੇ ਬੈਠੋ, ਤੁਸੀਂ ਅਧਿਕਾਰੀਆਂ ਕੋਲੇ ਬੈਠੋ, ਉਹਨਾਂ ਨੂੰ ਸੁਝਾਅ ਦਿਓ, ਲਿਖਤੀ ਦਿਓ ਕਿਸੇ ਤਰੀਕੇ ਦੇ ਨਾਲ। ਉਹ ਜੇ ਕੋਈ ਕਰਾਹੇ ਵਾਲੀ ਗੱਲ ਹੈ ਜਾਂ ਮਾੜੀ ਗੱਲ ਹੈ ਉਹ ਆਣ ਕੇ ਸਮਝਾਓ। ਤੇ ਜੇ ਕੋਈ ਨਹੀਂ ਸਮਝਦਾ ਉਹਦੇ ਬਾਅਦ ਤੁਸੀਂ ਆਪਦਾ ਕਦਮ ਪੁੱਟੋ। ਤੇ ਕੇਵਲ ਤੁਸੀਂ ਆਪਦਾ ਰਾਜਨੀਤੀ ਕਰਨ ਲਈ ਗੰਦੀ ਰਾਜਨੀਤੀ ਨਾ ਕਰੋ।